अस्सलाम वालेकुम नाजरीन, मैं इमरान मलिक। ਅੱਜ ਮੇਰੇ ਨਾਲ ਇੱਕ ਬੜੇ ਸਪੈਸ਼ਲ ਗੈਸਟ ਨੇ। ਉਹਨੇ ਤਾਰਫ ਕਰਾਉਣ ਤੋਂ ਪਹਿਲੇ ਮੈਂ ਤੁਹਾਨੂੰ ਦੱਸਾਂਗਾ ਕਿ ਅੱਜਕੱਲ੍ਹ ਲੋਕਾਂ ਨੂੰ ਜੋ ਸਭ ਤੋਂ ਵੱਡਾ ਮਸਲਾ ਹੈ ਉਹ ਆਪਣੇ ਘਰ ਬਣਾਉਣ ਦਾ ਮਸਲਾ ਹੈ, ਪਲਾਟ ਲੈਣ ਦਾ ਮਸਲਾ ਹੈ। ਅਤੇ ਅੱਜਕੱਲ੍ਹ ਜੋ ਸਭ ਤੋਂ ਜ਼ਿਆਦਾ ਬਿਜ਼ਨਸ ਇਨ ਹੈ ਉਹ ਫਾਈਲਾਂ ਦਾ ਬਿਜ਼ਨਸ ਇਨ ਹੈ। ਇਹ ਸਭ ਦੇ ਮਾਸਟਰ, ਇਹ ਸਭ ਦੇ ਗੁਰੂ ਸਾਡੇ ਨਾਲ ਮੌਜੂਦ ਨੇ। ਚੌਧਰੀ ਰਾਸ਼ਿਦ ਅਲੀ ਸਾਹਿਬ, ਜਨਾਬ ਅਲੀ ਇਹ ਬਹੁਤ ਹੀ ਇੱਕ ਮਸ਼ਹੂਰ ਪ੍ਰੋਪਰਟੀ ਡੀਲਰ ਨੇ। ਮੈਂ ਇਹਨਾਂ ਨੂੰ ਪ੍ਰੋਪਰਟੀ ਡੀਲਰ ਕਹਿਣਾ ਮਾਈਂਡ ਕਰ ਜਾਂਦੇ ਨੇ ਅਤੇ ਅਸੀਂ ਇਹਨਾਂ ਨੂੰ ਕਹਾਂਗੇ ਪ੍ਰੋਪਰਟੀ ਕੰਸਲਟੈਂਟ। ਹਾਂ ਦੇਖੋ ਨਾ, ਸਾਰੀ ਦੁਨੀਆ 'ਚ ਇਹੀ ਕਿਹਾ ਜਾਂਦਾ ਹੈ। ਇਹ ਸਾਡੇ ਪਾਕਿਸਤਾਨ 'ਚ ਜ਼ਰਾ ਡੀਲਰ ਬਣਾ ਕੇ ਸਾਨੂੰ ਰਾਜੀ ਵੀ ਪੇਸ਼ ਕੀਤਾ ਜਾਂਦਾ ਹੈ। ਡੀਲਰ ਜ਼ਰਾ ਹਾਂ, ਬੜੀ ਮਿਹਰਬਾਨੀ ਇਮਰਾਨ ਸਾਹਿਬ। ਸਭ ਤੋਂ ਪਹਿਲਾਂ ਮੈਂ ਤੁਹਾਡਾ ਸ਼ੁਕਰੀਆ ਅਦਾ ਕਰ ਰਿਹਾ ਕਿ ਤੁਸੀਂ ਮੈਨੂੰ ਪ੍ਰੋਗਰਾਮ। ਇੱਕ ਮਿੰਟ ਇਮਰਾਨ ਸਾਹਿਬ, ਬੜਾ ਜ਼ਰੂਰੀ ਕਾਲ ਹੈ। ਹਾਂਜੀ, ਬੰਦ ਕਰ ਦਿਓ ਕੈਮਰਾ। ਨਹੀਂ ਕੈਮਰਾ ਚੱਲਦਾ ਰਹਿੰਦਾ। ਹੈਲੋ, ਹਾਂਜੀ ਰਾਣਾ ਸਾਹਿਬ, ਸਲਾਮ ਅਲੈਕੁਮ। ਜਨਾਬ ਅਲੀ, ਮੈਂ ਬਸ ਨਹੀਂ ਜ਼ਿਆਦਾ ਮਸਰੂਫ ਨਹੀਂ, ਤੁਸੀਂ ਹੁਕਮ ਕਰੋ। ਤੇ ਰੱਖੀਆਂ ਨੇ ਜਨਾਬ, ਮੈਂ 3 ਫਾਈਲਾਂ ਰੱਖੀਆਂ ਤੁਹਾਡੇ ਵਾਸਤੇ। ਉਹ ਸਰ ਤੁਸੀਂ ਮੈਨੂੰ ਦੁਪਹਿਰ ਦਾ ਟਾਈਮ ਦਿੱਤਾ, ਮੈਂ 2 ਘੰਟੇ ਦਫ਼ਤਰ ਬੈਠਾ ਰਿਹਾ। ਮੈਂ ਹੁਣ ਘੰਟੇ ਵਾਸਤੇ ਨਿਕਲਿਆ। ਇਨਸ਼ਾਅੱਲਾ ਘੰਟੇ ਡੇਢ ਦੇ ਅੰਦਰ ਦਫ਼ਤਰ ਹੋਵਾਂਗਾ। ਉਹ ਸਰ ਤੁਸੀਂ ਇੱਕ ਵਾਰੀ ਤਸ਼ਰੀਫ ਲਿਆਓ, ਤੁਸੀਂ ਮੈਨੂੰ ਸਾਰੀ ਜ਼ਿੰਦਗੀ ਦੁਆਵਾਂ ਦੇਣੀਆਂ। 3 ਫਾਈਲਾਂ ਬੇਹਤਰੀਨ ਰੇਟ ਜੇ। ਹਾਂਜੀ ਸਰ, ਮੈਂ ਉਹੀ ਤਾਂ ਕਹਿ ਰਿਹਾ ਵਾਂ, ਤੁਸੀਂ ਮੈਨੂੰ ਦੁਆਵਾਂ ਦੇਣੀਆਂ ਜੇ। ਤੁਸੀਂ 3 ਫਾਈਲਾਂ ਲੈ ਕੇ ਤੁਸੀਂ ਮੈਨੂੰ ਕਹਿਣਾ 2-3 ਹੋਰ ਆਏ ਤੇ ਉਹ ਵੀ ਦੇ ਦੇ। ਹਾਂਜੀ, ਬਹੁਤੀ ਦੇਰ ਤੋਂ ਨਹੀਂ। ਹਾਂਜੀ ਠੀਕ ਹੈ ਰਾਣਾ ਸਾਹਿਬ, ਮੈਂ ਹਾਂਜੀ ਮੈਂ ਤੁਹਾਨੂੰ ਕਰਨਾ ਫਿਰ ਕਾਲ। ਬਿਲਕੁਲ ਜਨਾਬ, ਚਾਹ ਵੀ ਪਿਆਵਾਂਗੀ ਤੁਹਾਨੂੰ ਨਾ, ਬਿਸਕੁਟ ਤੁਸੀਂ ਆਪ ਹੀ ਲੈ ਆਉਣਾ। ਅੱਲਾ ਖੈਰ ਕਰੇ, ਆਓ। ਕੋਈ ਨਹੀਂ, ਸਲਾਮ ਅਲੈਕੁਮ। ਮਿਹਰਬਾਨੀ ਜੀ। ਮਾਜ਼ਰਤ ਜਨਾਬ ਹੈ। ਨਹੀਂ ਅਹਿਮ ਹੈ ਸਰ ਤੁਹਾਡਾ। ਦੇਖੋ ਬਿਜ਼ਨਸ ਹੈ ਨਾ ਸਾਡਾ, ਇਹ ਦਫ਼ਤਰ ਹੈ ਸਾਡਾ। ਸਾਰੀ ਦਿਹਾੜੀ ਅਸੀਂ ਇਸੇ ਚੱਕਰ 'ਚ ਰਹਿੰਦੇ ਹਾਂ। ਅਤੇ ਮੈਂ ਤੁਹਾਡਾ ਬਹੁਤ ਸ਼ੁਕਰੀਆ ਅਦਾ ਕਰ ਰਿਹਾ ਸਰ, ਤੁਸੀਂ ਜਨਾਬ ਅੱਜ ਮੈਨੂੰ ਆਪਣੇ ਪ੍ਰੋਗਰਾਮ 'ਚ ਬੁਲਾਇਆ। ਤੇ ਰਾਜ ਸਾਹਿਬ, ਮੈਨੂੰ ਦੱਸੋ ਕਿ ਕਿੰਨਾ ਅਰਸਾ ਹੋਇਆ ਫੀਲਡ 'ਚ ਆਇਆ, ਮਤਲਬ ਪ੍ਰੋਪਰਟੀ? ਮੈਂ ਜਨਾਬ ਬਚਪਨ ਤੋਂ ਹੀ ਇਹ ਮੇਰਾ ਸ਼ੌਕ ਸੀ। ਅੱਛਾ। ਦਰਅਸਲ ਮੇਰੇ ਵਾਲਦ ਸਾਹਿਬ ਸਨ ਕਲਰਕ। ਅੱਛਾ। ਤੇ ਉਹ ਘਰ ਫਾਈਲਾਂ ਲੈ ਆਉਂਦੇ ਸਨ। ਅੱਛਾ। ਉਹਨਾਂ ਨੂੰ ਕਹਿਣਾ ਫਾਈਲ ਚੁੱਕ ਕੇ ਉੱਥੇ ਰੱਖਦੇ ਆ, ਫਾਈਲ ਚੁੱਕ ਕੇ ਉੱਥੇ ਰੱਖਦੇ, ਯਾਨੀ ਅੱਗੇ ਪਿੱਛੇ ਉਹ ਫਾਈਲਾਂ ਅੱਗੇ ਪਿੱਛੇ ਕਰਦੇ ਹੀ ਮੈਂ ਫਾਈਲਾਂ ਅੱਗੇ ਪਿੱਛੇ ਕਰਨ ਲੱਗ ਪਿਆ। ਹਾਂਜੀ ਠੀਕ। ਤੇ ਅੱਲਾ ਦਾ ਬੜਾ ਸ਼ੁਕਰ ਹੈ, ਅੱਲਾ ਦੀ ਬੜੀ ਮਿਹਰਬਾਨੀ ਹੈ, ਅੱਛੀ ਰੋਟੀ ਮਿਲ ਰਹੀ ਹੈ। ਅੱਛਾ। ਹਾਂਜੀ ਤੇ ਸਰ ਤੁਹਾਡੇ ਮੁਤਲਕ ਹੈ ਕਿਉਂ ਮਸ਼ਹੂਰ ਹੈ ਕਿ ਪ੍ਰੋਪਰਟੀ ਡੀਲਰ ਨੇ ਉਹ ਪਲਾਟ ਵੇਚਣਾ ਹੋਏ ਜਾਂ ਕੋਈ ਘਰ ਵੇਚਣਾ ਹੋਏ ਜਾਂ ਕੋਈ ਫਾਈਲ ਵੇਚਣੀ ਹੋਏ ਤੇ ਉਹ ਝੂਠ ਬੋਲਦੇ ਨੇ। ਉਹ ਮਤਲਬ ਕਹਿਣਗੇ ਜੀ ਇਹਦੀ ਹੈ ਕੀਮਤ ਦੇ ਬਾਅਦ ਚੋਂ ਕੋਈ ਹੋਰ ਕਲਾਇੰਟ ਆ ਜਾਏਗਾ ਤੇ ਉਹਨੂੰ ਇਹਦਾ ਮਤਲਬ। ਉਹ ਸਰ ਮੇਰੀ ਗੱਲ ਸੁਣੋ, ਇਹ ਗੱਲਾਂ ਬੜੀਆਂ ਨੇ। ਦੇਖੋ ਹਰ ਫੀਲਡ ਦੇ ਵਿੱਚ, ਇਹ ਸਿਰਫ ਪ੍ਰੋਪਰਟੀ ਦੇ ਵਿੱਚ ਨਹੀਂ, ਹਰ ਫੀਲਡ ਦੇ ਵਿੱਚ ਅੱਛੇ ਬੁਰੇ ਲੋਕ ਹੁੰਦੇ ਨੇ। ਅਲਹਮਦੁਲਿਲਾ ਮੈਨੂੰ 15-20 ਸਾਲ ਹੋ ਗਏ ਨੇ। ਮੇਰੇ ਜਿਹੜੇ ਕਲਾਇੰਟ ਨੇ ਉਹ ਅੱਖਾਂ ਮੀਟ ਕੇ ਮੇਰੇ ਕੋਲ ਆ ਜਾਂਦੇ ਨੇ। ਅੱਛਾ। ਯਕੀਨ ਕਰੋ, ਔਰ ਇੰਨਾ ਮੇਰੇ ਤੇ ਇਤਮਾਦ ਕਰਦੇ ਨੇ ਕਿ ਜਿਹੜੀ ਚੀਜ਼ ਮੈਂ ਉਹਨਾਂ ਨੂੰ ਦੇ ਦਿਆਂ ਉਹ ਅੱਖਾਂ ਮੀਟ ਕੇ ਜਨਾਬ ਉੱਤੇ ਆਮੀਨ ਕਰ ਲੈਂਦੇ ਨੇ। ਤੇ ਹਰ ਜਗ੍ਹਾ ਤੇ ਇਸ ਤਰ੍ਹਾਂ ਵੈਸੇ ਠੀਕ ਨੇ ਨਾ? ਨਹੀਂ, ਇਹ ਹੁਣ ਮੈਂ ਉਹਨਾਂ ਨੂੰ ਕੋਈ ਆਈ ਸਪੈਸ਼ਲ ਕੋਲ ਲੈ ਜਾਣਾ, ਉਹ ਵੀ ਖਾ ਵੀ ਅੱਖਾਂ ਠੀਕ ਨੇ ਕਿ ਗਲਤ ਨੇ। ਠੀਕ ਹੈ। ਬਾਕੀ ਮੇਰਾ ਸਾਹਿਬ, ਤੁਸੀਂ ਕੋਈ ਫੈਲ ਫੂਲ ਲੈਣੀ ਹੋਏ ਬਿਸਮਿਲ੍ਲਾ ਕਰਕੇ ਮੇਰੇ ਕੋਲ ਆਓ। ਇਨਸ਼ਾਅੱਲਾ ਤੁਸੀਂ ਯਾਦ ਕਰੋਗੇ ਮੈਨੂੰ, ਨਾਲੇ ਤੁਹਾਨੂੰ ਸਾਡੇ ਵਿਆਹ ਦਾ ਵੀ ਪਤਾ ਲੱਗ ਜਾਏਗਾ। ਠੀਕ ਐਸੀ ਗੱਲ ਕੋਈ ਨਹੀਂ। ਚੋਈ ਸਾਹਿਬ, ਮਤਲਬ ਕੁਛ ਅਰਸੇ ਤੋਂ ਕਰੋਨਾ ਦੀ ਵਜ੍ਹਾ ਤੋਂ ਬੜੇ ਹਾਲਾਤ ਟਾਈਟ ਨੇ, ਲੋਕਾਂ ਨੇ ਇਨਵੈਸਟਮੈਂਟ ਰੁਕੀ ਹੈ। ਇਮਰਾਨ ਜੀ ਇਹ ਕਰੋਨਾ ਜਿਹੜਾ ਨਾ, ਇਹ ਸਮਝੋ ਕਿ ਸਾਡੇ ਵਾਸਤੇ ਹੀ ਆਇਆ ਜੀ। ਅੱਛਾ। ਇਹਨੇ ਤੇ ਬੇੜੇ ਗਰਕ ਕਰਤੇ ਸਾਡੇ ਕਾਰੋਬਾਰ ਦੇ। ਅੱਛਾ। ਮੈਂ ਯਕੀਨ ਕਰੋ ਕਿ ਇੱਕ 4 ਕਨਾਲ ਦਾ ਮੈਂ ਘਰ ਵੇਚਣਾ ਸੀ, ਦੋਵੇਂ ਪਾਰਟੀਆਂ ਰਾਜ਼ੀ। ਮੈਂ ਬੜੀ ਮਿਹਨਤ, ਪੂਰਾ 1.5 ਮਹੀਨਾ ਯਕੀਨ ਕਰੋ ਲੱਗਾ। ਮੈਂ ਕੋਈ 5-6 ਹਜ਼ਾਰ ਰੁਪਇਆ ਰੋਟੀਆਂ ਦੇ ਲਾਤਾ। ਅੱਛਾ। ਜਿਸ ਦਿਨ ਪੇਮੈਂਟ ਹੋਣੀ ਹੈ ਦੋਵਾਂ ਪਾਰਟੀਆਂ ਨੇ ਮੇਰੇ ਦਫ਼ਤਰ ਆਉਣਾ। ਲਓ ਜੀ, ਉਸ ਦਿਨ ਘੰਟਾ ਪਹਿਲਾਂ ਪਤਾ ਲੱਗਾ ਜਨਾਬ ਕਿ ਲਾਕਡਾਊਨ ਹੋ ਗਿਆ। ਓਏ ਹੋਏ, ਦੋਵੇਂ ਪਾਰਟੀਆਂ ਬੈਕਫੁੱਟ ਤੇ ਚਲੀ ਗਈਆਂ। ਅੱਛਾ। ਉਹ ਸਰ ਮੇਰਾ ਸਾਰਾ ਸਿਸਟਮ ਹੀ ਬਰਬਾਦ ਹੋ ਗਿਆ। ਅੱਛਾ, ਉਸ ਤੋਂ ਅਗਲੇ ਦਿਨ ਇੱਕ ਵੇਖੋ ਕੀ ਕੰਮ ਹੋਇਆ ਜੀ। ਉਹ ਮੇਰੀ ਮਿਸਿਸ ਦੀ ਬਰਥਡੇ ਸੀ ਤੇ ਮੈਨੂੰ ਪਤਾ ਸੀ ਵੀ ਅੱਛੀ ਭਲੀ ਕਮਿਸ਼ਨ ਆ ਰਹੀ ਹੈ ਇਹਦੇ ਵਿੱਚੋਂ। ਮੈਂ ਕਿਹਾ ਚਲੋ ਉਹਦੇ ਵਾਸਤੇ ਮੈਂ ਇੱਕ ਡਾਇਮੰਡ ਰਿੰਗ ਜਿਹੜੀ ਉਹਨੂੰ ਪਸੰਦ ਸੀ, ਮੈਂ ਕਿਹਾ ਚਲੋ ਉਹਨੂੰ ਦੇ ਦਿਆਂਗੇ। ਚਲੋ ਠੀਕ ਹੈ। ਉਹ ਸਰ ਮੈਂ ਹੁਣ ਗਿਆ ਤੇ ਮੈਂ ਕਿਹਾ ਅਜੇ ਨਹੀਂ ਹੋਈ ਰਿੰਗ। ਸਾਲਗਿਰਾ ਵਾਲੇ ਦਿਨ ਮੈਂ ਨਹੀਂ ਦੇ ਸਕਿਆ। ਉਹਨੇ ਮੇਰੇ ਤੇ ਇਲਜ਼ਾਮ ਲਾਤਾ ਜਿਹੜਾ ਤੁਸੀਂ ਲਾਇਆ ਹੋਣੀ। ਅੱਛਾ। ਕਿ ਇਹ ਸਹੀ ਗੱਲ ਹੈ ਵੀ ਡੀਲਰ ਜਿਹੜੇ ਹੁੰਦੇ ਨੇ ਉਹ ਝੂਠੇ ਹੁੰਦੇ ਨੇ। ਵੈਸੇ ਭਾਵੇਂ ਦੀ ਅੰਗੂਠੀ ਨਹੀਂ ਦਿੱਤੀ? ਉਹਨੇ ਨਹੀਂ ਦਿੱਤੀ ਜਨਾਬ। ਉਹ ਮੇਰਾ ਇੱਕ ਸੁਨਿਆਰਾ ਦੋਸਤ ਸੀ। ਮੈਂ ਚਾਂਦੀ ਦੀ ਅੰਗੂਠੀ ਲਾ ਕੇ ਉਹਨੂੰ ਸੋਨੇ ਦਾ ਰੰਗ ਪਵਾ ਕੇ ਨਾ, ਮੈਂ ਸੋਨੇ ਦਾ ਪਾਣੀ ਫੜਵਾ ਕੇ ਮੈਂ ਉੱਤੇ, ਯਾਨੀ ਜੋ ਤੁਸੀਂ ਫਾਈਲਾਂ ਨਾਲ ਕਰਦੇ ਹੋ ਅੰਗੂਠੀ ਨਾਲ। ਉਹ ਫਾਈਲਾਂ ਨਾਲ ਸੀ। ਕਿਹੜੀ ਫਾਈਲ ਦੇ ਉੱਤੇ ਸੋਨੇ ਦਾ ਪਾਣੀ ਚੜਦਾ? ਅੱਛਾ। ਸਰ ਇੱਕ ਗੱਲ ਦੱਸੋ ਕਿ ਮਤਲਬ ਸੁਸਾਇਟੀਆਂ ਬਣਦੀਆਂ ਨੇ, ਬੜੇ ਇਨਵੈਸਟਰਸ ਨੇ, ਪਾਰਟੀਆਂ, ਉਹ ਸੁਸਾਇਟੀਆਂ ਬਣਾਉਂਦੀਆਂ, ਉਹ ਬੜੇ ਦਾਅਵੇ ਕਰਦੀਆਂ ਜੀ ਸਕੂਲ ਹੋਗਾ, ਮਦਰਸਾ ਹੋਗਾ, ਮਸਜਿਦ ਹੋਗੀ, ਇਤਨੇ ਫੁੱਟ ਸੜਕ ਹੋਗੀ। ਲੋਕ ਉਹ ਸਾਰਾ ਐਨੀਮੇਸ਼ਨ ਬਣਾਉਂਦੇ ਨੇ, ਲੋਕਾਂ ਨੂੰ ਵੇਚੜਦੇ ਨੇ, ਤੇ ਤੁਸੀਂ ਉਹਦੇ ਮੇਨ ਕਰਨ ਦੇ ਹੁੰਦੇ ਜੇ। ਉਹ ਬਾਅਦ 'ਚ ਜਦੋਂ ਲੋਕੇਸ਼ਨ 'ਤੇ ਜਾਂਦੇ ਨੇ ਤੇ ਉਹ ਨਹੀਂ ਹੁੰਦਾ। ਤੁਸੀਂ ਉਹਨਾਂ ਨੂੰ ਕਹਿੰਦੇ ਨਹੀਂ ਵੀ ਡਿਵੈਲਪਰਸ ਨੂੰ ਕਿ ਯਾਰ ਪਹਿਲੇ ਕੰਮ ਕਰਾਓ ਤੇ ਫਿਰ ਤੁਸੀਂ। ਉਹ ਸਰ ਪਤਾ ਕੀ ਹੈ, ਸਾਡਾ ਥੋੜ੍ਹਾ ਜਿਹਾ ਇਹ ਵੱਡੇ ਮਾਫੀਆ ਨੇ ਬੈਠੇ ਨੇ। ਮਾਫੀਆ ਤਾਂ ਨਹੀਂ ਕਹਿਣਾ ਚਾਹੀਦਾ, ਅਸੀਂ ਆਪ ਵੀ ਇਸੇ ਕੰਮ 'ਚ। ਤੇ ਮੈਂ ਮਾਫੀਆ ਮੰਗਣਾ ਤੇ ਮਾਫੀਆ ਕਹਿਣ ਤੋਂ। ਠੀਕ ਹੈ। ਉਹ ਸਰ ਗੱਲ ਇਹ ਹੁੰਦੀ ਹੈ ਕਿ ਉਹ ਇੱਕ ਲੈਂਡ ਲੈ ਕੇ ਉੱਤੇ ਚੌਕ ਆਊਟ ਕਰਕੇ
ਨਕਸ਼ੇ 'ਚ ਸਾਰਾ ਕੁਝ ਹੋ ਜਾਂਦਾ, ਬਾਕੀ ਪੈਸੇ ਆਹਿਸਤਾ ਆਹਿਸਤਾ ਜਿਸ ਤਰ੍ਹਾਂ ਟ੍ਰਾਂਸਫਰ ਹੋ ਰਹੇ ਹੁੰਦੇ ਨੇ ਅੱਛਾ। ਉਹ ਕਰਦੇ ਜਾਂਦੇ ਨੇ। ਅੱਛਾ ਨਕਸ਼ੇ 'ਚ ਜਿਹੜੀ ਚੀਜ਼ ਮੌਜੂਦ ਹੈ ਅੱਛਾ ਉਹ ਜਦੋਂ ਇੱਕ ਵਾਰੀ LDA ਤੋਂ ਜਾਂ ਕਿਸੇ ਵੀ ਇਦਾਰੇ ਤੋਂ ਕੰਸਰਨ ਨਾਲ ਉਹ ਜਦੋਂ ਅਪਰੂਵ ਹੋ ਗਈ ਹੈ ਤਾਂ ਕਰਨਾ ਹੀ ਪਏਗਾ। ਅੱਛਾ ਉਹ ਕਰਦੇ ਇਸ ਤਰ੍ਹਾਂ ਕਿ ਫਿਰ ਉਹ ਜਦੋਂ ਜਿਸ ਤਰ੍ਹਾਂ ਫੰਡ ਇਕੱਠਾ ਹੁੰਦਾ ਜਾਂਦਾ ਉਹ ਜਿਵੇਂ ਮੈਨੂੰ ਲੱਗਦਾ ਲਾਲਚ ਪੈ ਜਾਂਦੇ ਨੇ, ਪਹਿਲੇ ਉਹ ਕਰਦੇ ਕੁਛ ਨਹੀਂ, ਉਹਨਾਂ ਦੇ ਲੋਕਾਂ ਦੇ ਪੈਸੇ ਆਣਗੇ ਤੇ ਤੁਹਾਡੀ ਕਮਿਸ਼ਨ ਹੁੰਦੀ ਹੈ। ਉਹ ਸਰ ਦੇਖੋ ਨਾ, ਸਾਡੀ ਕਮਿਸ਼ਨ ਤੇ ਸਾਰਿਆਂ ਦੀ ਨਜ਼ਰ ਹੁੰਦੀ ਹੈ, ਅਸੀਂ ਵਿੱਚੋਂ ਇੰਨੀ ਕੁ ਕਮਿਸ਼ਨ ਕਮਾ ਲਈ ਤੇ ਜਿਹੜੀ ਅਸੀਂ ਮਿਹਨਤ ਕਰ ਰਹੇ ਹਾਂ, ਜਿਹੜਾ ਅਸੀਂ ਦੋਵੇਂ ਪਾਰਟੀਆਂ ਨੂੰ ਰਾਜ਼ੀ ਕਰ ਰਹੇ ਹਾਂ, ਦੋਵੇਂ ਪਾਰਟੀਆਂ ਨੂੰ ਇਕੱਠਾ, ਯਕੀਨ ਕਰੋ ਮੇਰੇ ਦਫ਼ਤਰ ਚੈਨ ਹੁੰਦਾ ਹੁੰਦਾ ਜਿਵੇਂ ਰੋਜ਼ ਪਾਰਟੀਆਂ ਚੱਲ ਰਹੀਆਂ, ਅੱਛਾ ਉੱਥੇ ਚਾਹਾਂ ਚੱਲ ਰਹੀਆਂ, ਰੋਟੀਆਂ ਚੱਲ ਰਹੀਆਂ, ਉਹਦੇ ਵਿੱਚ ਸਾਰੇ ਦੇ ਵਿੱਚ ਅਸੀਂ ਇੱਕ ਛੋਟੀ ਜਿਹੀ ਕਮਿਸ਼ਨ ਨੂੰ ਵੇਖਣਾ ਹੁੰਦਾ ਔਰ ਮਹੀਨੇ 'ਚ ਕੋਈ ਇੱਕ ਅੱਧਾ ਸੌਦਾ ਹੋ ਜਾਏ ਤਾਂ ਸਾਡਾ ਸਿਲਸਿਲਾ ਚੱਲ ਜਾਂਦਾ, ਨਹੀਂ ਤੇ ਕੋਵਿਡ ਨੇ ਤਾਂ ਸਾਡਾ ਸੱਤਿਆਨਾਸ਼ ਕਰਤਾ। ਹਾਂਜੀ ਜੀ ਜੋਈ ਸਾਹਿਬ ਦੱਸੋਗੇ ਸਭ ਤੋਂ ਸੇਫ ਸੁਸਾਇਟੀ ਕਿਹੜੀ ਹੈ? ਅਗਰ ਲਾਹੌਰ ਲੈ ਲਓ ਫੋਨ ਲੈ ਲਓ ਜ਼ਰੂਰੀ ਜੇ ਹਾਂ ਲੈ ਲਓ ਕੋਈ ਗੱਲ ਨਹੀਂ ਮੈਂ ਮਾਜ਼ਰ ਚਾਹੁੰਦਾ ਦੇਖੋ ਇਹ ਕੰਮ ਹੈ। ਹੈਲੋ ਹਾਂਜੀ ਅਕਰਮ ਸਾਹਿਬ ਕੀ ਹਾਲ ਹੈ? ਉਹ ਸਰ ਜੀ ਮੈਂ ਨਹੀਂ ਮੈਂ ਇਸ ਵੇਲੇ ਬੈਠਾ ਜੇ TV ਤੇ, ਤੁਸੀਂ ਕਿਸੇ ਆਮ ਆਦਮੀ ਨਾਲ ਗੱਲ ਨਹੀਂ ਕਰ ਰਹੇ ਜਨਾਬ, ਇੰਟਰਵਿਊ ਹੋ ਰਿਹਾ ਮੇਰਾ ਇੱਕ ਬੜੇ ਵੱਡੇ ਸਾਫੀ ਨੇ ਇਮਰਾਨ ਮਲਿਕ ਸਾਹਿਬ, ਚੈਨਲ ਦਾ ਨਾਂ ਜੇ ਮੀਡੀਆ ਬਾਈਟਸ, ਖੋਲੋ ਹੁਣੀ ਆ ਰਿਹਾ ਜੇ YouTube ਤੇ ਹਾਂਜੀ ਸਰ, ਥੱਲੇ ਪੱਟੀਆਂ ਚੱਲ ਰਹੀਆਂ ਨੇ, ਉਹ ਭਾਜੀ ਉਹ ਬੁਖਾਰ ਵਾਲੀਆਂ ਪੱਟੀਆਂ ਹੁੰਦੀਆਂ ਨਾ, ਥੱਲੇ ਪੱਟੀਆਂ ਚੱਲ ਰਹੀਆਂ ਜਿੱਥੇ ਖਬਰਾਂ ਹੁੰਦੀਆਂ, ਆ ਵੇਖੋ ਪੂਰੀ ਦੁਨੀਆ 'ਚ ਕੈਨੇਡਾ, ਅਮਰੀਕਾ, ਲੰਦਨ, ਫਰਾਂਸ ਸਾਰੀ ਜਗ੍ਹਾ ਜਾ ਰਿਹਾ, ਸਭ ਨੂੰ ਉਸਕਾ ਸੁਣ ਲਓ। ਹਾਂਜੀ ਮੈਂ ਜਨਾਬ ਆਪ ਬਕਲਮ ਖੁਦ ਮੈਂ ਆ ਰਿਹਾ ਉਹਦੇ ਵਿੱਚ, ਹਾਂਜੀ ਤੇ ਮੈਂ ਫ੍ਰੀ ਹੋ ਕੇ ਫਿਰ ਤੁਹਾਨੂੰ ਕਰਨਾ ਫੋਨ। ਸਲਾਮ ਅਲੈਕੁਮ ਯਾਰ, ਇੱਕ ਮਿੰਟ ਬੰਦ ਹੀ ਕਰਦੀ ਇਹ ਇਮਰਾਨ ਸਾਹਿਬ, ਇਹਦੇ ਵਿੱਚ ਨਾ ਘੜੀ ਮੁੜੀ ਕਾਲਾਂ ਆਈ ਜਾ ਰਹੀਆਂ ਤੇ ਤੁਹਾਡੀ ਜਿਹੜੀ ਨਾ ਉਹ ਗੱਲ ਵਿੱਚ ਰਹਿੰਦੀ। ਅੱਛਾ ਮੈਂ ਤੁਹਾਨੂੰ ਕਹਿੰਦਾ ਸਭ ਤੋਂ ਸੇਫ ਸੁਸਾਇਟੀ ਕਿਹੜੀ ਅਗਰ ਮੈਂ ਇਨਵੈਸਟਮੈਂਟ ਕਰਨੀ ਹੋਈ ਜਾਂ ਕਿਸੇ ਬੰਦੇ ਨੇ ਇਨਵੈਸਟਮੈਂਟ ਕਰਨੀ ਹੈ? ਇਮਰਾਨ ਜੀ ਗੱਲ ਇਹ ਜੇ ਕਿ ਜਿੱਥੇ ਰਹਿੰਦੇ ਨੇ ਵੱਡੇ ਟਾਈਕੌਨ, ਅੱਛਾ ਵੱਡੇ ਟਾਈਕੌਨ ਮੀਨ ਵੱਡੀਆਂ ਹਸਤੀਆਂ, ਅੱਛਾ ਤੁਸੀਂ ਆਪ ਇੱਕ ਵੱਡੀ ਹਸਤੀ ਹੋ, ਉਹ ਸੇਫ ਸੁਸਾਇਟੀ ਹੈ। ਤੁਸੀਂ ਨਹੀਂ ਕਹਿ ਸਕਦੇ ਉਹਨਾਂ ਨੂੰ ਵੱਡੇ ਉਹ ਨਹੀਂ ਸਰ ਮੈਂ ਨਹੀਂ ਕਹਿੰਦਾ, ਤੁਸੀਂ ਕਹਿਣਾ ਤਾਂ ਕਹਿ ਲਓ, ਠੀਕ ਹੈ ਨਾ, ਸਾਡਾ ਰੋਜ਼ ਉਹਨਾਂ ਨਾਲ ਤਾਲੁਕਦਾਰੀ ਹੈ ਤੇ ਫਿਰ ਸਾਰੀ ਦੁਨੀਆ 'ਚ ਤੁਹਾਡਾ ਪ੍ਰੋਗਰਾਮ ਵੇਖਿਆ ਜਾ ਰਿਹਾ, ਤੇ ਹੁਣ ਅੱਜ DH ਹੈ ਉੱਥੇ ਕੈਸੇ ਥੰਮ ਰਹਿੰਦੇ ਨੇ, ਠੀਕ ਹੈ, ਤੇ DH ਸਭ ਤੋਂ ਸੇਫ ਸੁਸਾਇਟੀ ਹੈ, ਅੱਛਾ ਠੀਕ ਹੈ ਨਾ ਜੀ, ਤੇ ਇਸ ਵਾਸਤੇ ਇਹ ਤੇ ਵਾਰਾ ਖਾਨ ਦੀ ਗੱਲ ਹੈ, ਜਿੱਥੇ ਜਿਹਦਾ ਦਿਲ ਕਰੇ ਉੱਥੇ ਮਕਾਨ ਲੈ ਲੈ ਜਨਾਬ। ਬਹਿਰੀਆ ਉਹ ਤੇ ਫਿਰ ਕਿੰਗ ਆਫ ਯਾਨੀ ਇਸ ਕੰਮ ਦੇ ਨੇ ਨਾ, ਮੈਂ ਉਹਨਾਂ ਦਾ, ਸਾਡੇ ਵੱਡੇ ਨੇ ਉਹ, ਉਹਨਾਂ ਦਾ ਜਨਾਬ ਸਿਸਟਮ ਹੋਰ ਬੜਾ ਵੱਡਾ, ਉਹਨਾਂ ਨੇ ਤੇ ਸਾਨੂੰ ਇਸ ਕੰਮ ਨੂੰ ਨਾ ਬੜਾ ਇੱਥੋਂ ਥੱਲੇ ਚੁੱਕ ਕੇ ਉੱਤੇ ਲੈ ਗਏ ਨੇ। ਅੱਛਾ ਮਲਕ ਰਿਆਜ਼ ਸਾਹਿਬ, ਅੱਛਾ ਉਹ ਜਨਾਬ ਸਾਡੇ ਮੋਹਸਨ ਨੇ, ਵੱਡੇ ਆਦਮੀ ਨੇ, ਹਾਂਜੀ ਬਹੁਤ ਵੱਡੇ ਆਦਮੀ ਨੇ, ਬਹੁਤ ਵੱਡੇ ਹੋ ਗਏ ਨੇ, ਆਪਣੀ ਮਿਹਨਤ ਨਾਲ ਹੋਏ ਨੇ, ਹਾਂਜੀ ਨਹੀਂ ਦੇਖੋ ਉਹਨਾਂ ਨੇ ਮਿਹਨਤ ਬਹੁਤ ਕੀਤੀ ਹੈ ਔਰ ਉਹਨਾਂ ਨੇ ਸਾਡੇ ਮੁਲਕ 'ਚ ਨਵਾਂ ਇੱਕ ਸਿਸਟਮ ਦਿੱਤਾ ਹੈ, ਰਿਹਾਇਸ਼ ਦਾ ਇੱਕ ਐਸਾ ਰਿਹਾਇਸ਼ੀ ਮਨਸੂਬਾ ਦਿੱਤਾ ਹੈ ਕਿ ਜਿਹੜਾ ਇੰਟਰਨੈਸ਼ਨਲ ਜਿਹੜਾ ਨਾ ਸਿਨੈਰੀਓ ਉਹਨੂੰ ਟੱਚ ਕਰਦਾ। ਉਹਨਾਂ ਦੇ ਕਾਫੀ ਕੰਟਰੋਵਰਸੀਜ਼ ਵੀ ਆਉਂਦੀਆਂ ਨੇ ਕਿ ਜੀ ਜਗ੍ਹਾ ਤੇ ਕਬਜ਼ੇ ਕੀਤੇ ਤੇ ਜਗ੍ਹਾ ਨਹੀਂ ਹੋਈ, ਉਹਦੇ ਮੁਤਲਕ ਸਰ ਇਮਰਾਨ ਸਾਹਿਬ ਮੈਂ ਫਿਰ ਉਹੀ ਗੱਲ ਕਰਾਂਗਾ ਕਿ ਜਿੰਨੇ ਮੂੰਹ ਉਨੀਆਂ ਗੱਲਾਂ, ਠੀਕ ਹੈ ਨਾ ਜੀ, ਤੁਹਾਡਾ ਮੂੰਹ ਕਾਫੀ ਵੱਡਾ ਹੈ ਤੇ ਇਹਦੇ 'ਚ ਕਿੰਨੀਆਂ ਗੱਲਾਂ ਹੁੰਦੀਆਂ, ਇਹ ਉਹ ਮੂੰਹ ਨਹੀਂ ਜਿਹੜਾ ਕਹਿੰਦੇ ਮੂੰਹ ਵੱਡਾ ਕਿ ਗੱਲ ਛੋਟੀ ਹੈ, ਠੀਕ ਹੈ, ਵੱਡਾ ਮੂੰਹ ਵੱਡੀ ਗੱਲ, ਅੱਛਾ ਛੋਟਾ ਮੂੰਹ ਤੇ ਵੱਡੀ ਗੱਲ ਹੁੰਦੀ ਹੈ, ਇਹ ਪੁੱਠਾ ਹੋ ਗਿਆ, ਤੇ ਸਰ ਜਿੰਨੇ ਮੂੰਹ ਉਨੀਆਂ ਗੱਲਾਂ, ਠੀਕ ਹੈ, ਤੇ ਇਸ ਤਰ੍ਹਾਂ ਇਹਨਾਂ ਗੱਲਾਂ 'ਤੇ ਗੌਰ ਨਹੀਂ ਕਰਨਾ ਚਾਹੀਦਾ, ਬੰਦੇ ਨੂੰ ਆਪਣਾ ਕੰਮ ਸਿੱਧਾ ਰੱਖਣਾ ਚਾਹੀਦਾ, ਕੋਈ ਕੀ ਕਰ ਰਿਹਾ ਉਹ ਆਪ ਹੀ ਜਵਾਬ ਦੇ। ਜੀ ਸੁਣਿਆ ਜੀ ਚੌਧਰੀ ਸਾਹਿਬ ਬੜੇ ਲੋਕ ਜਿਹੜੇ ਨੇ ਤੋਂ ਰਹਿਣਾ ਵੀ ਪਹਿਲੇ ਸਿੱਧਾ ਅਰਸ਼ਦ ਸੀ, ਚੌਧਰੀ ਅਰਸ਼ਦ ਤੁਸੀਂ ਕਰ ਲਿੱਤਾ ਹੈ, ਦੇਖੋ ਅਰਬਪਤੀ ਹੋ ਗਏ ਉਹ ਮਾਸ਼ਾਅੱਲਾ, ਕਹਿੰਦੇ ਵੱਡੇ ਜਿਹੜੇ ਪ੍ਰਾਪਰਟੀ ਡੀਲਰ ਸਨ, ਉਹ ਯਾਰ ਨਹੀਂ ਇਮਰਾਨ ਸਾਹਿਬ ਗੱਲ ਇਹ ਪ੍ਰਾਪਰਟੀ ਕੰਸਲਟੈਂਟ ਹੋਏ ਤੇ ਨਾਲ ਹੀ ਅਰਬਪਤੀ ਹੋ ਗਏ, ਤੇ ਉਹਨਾਂ ਦੇ ਵੀ ਗੱਲਾਂ ਬਣੀਆਂ, ਉਹ ਕਹਿੰਦੇ ਬਾਅਦ ਡਿਵੈਲਪਰ ਤੋਂ ਵੱਡੇ ਪ੍ਰਾਪਰਟੀ ਡੀਲਰ ਹੋ ਗਏ ਨੇ। ਹਾਂਜੀ ਗੱਲ ਇਹ ਵੀ ਕਿ ਮਿਹਨਤ ਜਿੰਨਾ ਕੋਈ ਕਰੇਗਾ ਉਹਨਾਂ ਰੱਬ ਉਹਦੇ 'ਚ ਬਰਕਤ ਪਾ ਦੇਗਾ। ਹਾਂਜੀ ਤੇ ਚੌਧਰੀ ਤੇ ਮੈਂ ਬਚਪਨ ਤੋਂ ਸਾਹਿਬ, ਮੈਂ ਕਿਹੜਾ ਪਾਕਿਸਤਾਨ ਬਣਨ ਤੋਂ ਬਾਅਦ ਚੌਧਰੀ ਹੋਇਆ, ਸਾਡੇ ਨਸਲ ਚੌਧਰੀ ਸੀ ਚੱਲੇ ਆ ਰਹੇ। ਅੱਛਾ ਤੇ ਬਚਪਨ 'ਚ ਸਕੂਲ 'ਚ ਨਹੀਂ ਸੀ ਚੌਧਰੀ ਲਿਖਦੇ ਹੋਣੀ, ਤੂੰ ਕੰਮ 'ਚ ਆਇਆ ਤਾਂ ਚੌਧਰੀ ਲਿਖਣਾ ਆਇਆ ਵੇ ਜ਼ਰਾ ਅੱਛਾ ਹੋ ਜਾਂਦਾ, ਬਹਿ ਜਾ ਹੁੰਦੀ। ਅੱਛਾ ਠੀਕ ਹੈ ਜੀ। ਤੇ ਚੌਧਰੀ ਸਾਹਿਬ ਮੈਨੂੰ ਦੱਸੋ ਕਿ ਕੀਮਤਾਂ ਬਹੁਤ ਵੱਧ ਗਈਆਂ ਨੇ? ਕੀਮਤਾਂ ਵੱਧ ਗਈਆਂ ਜੀ ਬਿਲਕੁਲ, ਪਲਾਟਾਂ ਦੀਆਂ ਤੇ ਇਹਦੀਆਂ, ਤੇ ਉਹਦੇ ਮਤਲਬ ਕੀ ਕਹੋਗੇ ਕੋਈ ਆਵਾਮ ਆਦਮੀ ਨੇ ਘਰ ਲੈ ਬਣਾਉਣਾ ਹੋਏ, ਜ਼ਮੀਨ ਦਾ ਟੋਟਾ ਲੈਣਾ ਹੋਏ ਛੋਟਾ ਜਿਹਾ, ਇੱਕ ਤਾਂ ਪਰੇਸ਼ਾਨ ਰਹਿੰਦਾ ਕਬਜ਼ਾ ਨਾ ਹੋ ਜਾਏ, ਹਾਂਜੀ ਕਿ ਅਪਰੂਵ ਨਹੀਂ ਹੈਗੀ, ਉਹ ਆਪਣੇ ਪੈਸੇ ਨਾ ਗਵਾ ਬੈਠੇ, ਤੇ ਮਤਲਬ ਕੀ ਕਹੋਗੇ ਇੰਨੀ ਕੀਮਤਾਂ ਵੱਧ ਗਈਆਂ, ਕਿਸ ਤਰ੍ਹਾਂ ਉਹਨੂੰ ਕੰਟਰੋਲ ਕਰ? ਇਮਰਾਨ ਸਾਹਿਬ ਇਹ ਹੁਣ ਕੀਮਤਾਂ ਤੇ ਜਿਹੜੀਆਂ ਉੱਥੇ ਚਲੀ ਗਈਆਂ ਨੇ ਇੱਥੇ ਰਹਿਣਗੀਆਂ, ਇਹ ਥੱਲੇ ਨਹੀਂ ਆ ਸਕਦੀਆਂ। ਅੱਛਾ ਠੀਕ ਹੈ ਨਾ ਜੀ। ਹੁਣ ਇਹੀ ਹੈ ਕਿ ਦੇਖੋ ਉਹਦੇ ਨਾਲ ਮਹਿੰਗਾਈ ਵੀ ਤਾਂ ਕਿੰਨੀ ਹੋਈ ਹੈ ਨਾ, ਹਰ ਚੀਜ਼ 'ਚ ਕੀਮਤਾਂ ਵਧੀਆਂ ਨੇ, ਸਿਰਫ ਪ੍ਰਾਪਰਟੀ 'ਚ ਨਹੀਂ ਵਧੀਆਂ, ਹਰ ਮਤਲਬ ਉਹਦੇ ਕੰਮ ਦੇ ਵਿੱਚ ਕੀਮਤਾਂ ਚਲੀ ਗਈਆਂ ਜ਼ਿਆਦਾ। ਇਹਦੇ 'ਚ ਕੁਛ ਇਸ ਵਾਸਤੇ ਜ਼ਿਆਦਾ ਚਲੀਆਂ ਕਿ ਸ਼ੁਰੂ 'ਚ ਇਨਵੈਸਟਮੈਂਟ ਬਹੁਤ ਜ਼ਿਆਦਾ ਆਈ, ਕੀਮਤਾਂ ਵੱਧ ਗਈਆਂ, ਉਹ ਪੈਟਰਨ ਉੱਥੇ ਜਾ ਖਲੋਤਾ, ਲੇਕਿਨ ਉਹਦਾ ਇੱਕ ਨੁਕਸਾਨ ਇਹ ਵੀ ਹੋਇਆ ਕਿ ਲੋਕਾਂ ਦੀ ਬਾਇੰਗ ਪਾਵਰ ਜਿਹੜੀ ਉਹ ਘੱਟ ਹੋ ਗਈ ਹੈ।
ਸਾਡੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਡੀਲ ਕਲੋਜ਼ ਲੇਕਿਨ ਮਾਸ਼ਾਅੱਲਾ ਪ੍ਰਾਪਰਟੀ ਡੀਲਰਾਂ ਦੀ ਬਾਇੰਗ ਪਾਵਰ ਵਧੀ ਹੈ। ਤੁਸੀਂ ਕੱਲ ਨੂੰ ਤੁਹਾਡੀ ਮੈਂ ਐਫਐਕਸ ਯਾਦ ਹੈ ਮੈਨੂੰ, ਉਹ ਮਾਸ਼ਾਅੱਲਾ ਦੇਖੋ 2D ਹੈ। ਅੱਛਾ, ਇਹ ਪ੍ਰੋਗਰਾਮ ਨੈਬ ਵਾਲੇ ਵੀ ਦੇਖਦੇ ਨੇ? ਨਹੀਂ ਹਾਂਜੀ, ਨੈਬ ਵਾਲਿਆਂ ਨੂੰ ਛੁੱਟੀ ਹੈ ਬਸ। ਫਿਰ ਕੋਈ ਅੱਛੀਆਂ ਗੱਲਾਂ ਕਰੋ। ਅੱਛਾ ਹਾਂਜੀ, ਗੱਡੀਆਂ ਦੀ ਗੱਲ ਨਾ ਕਰੋ। ਹਾਂ, ਗੱਡੀਆਂ ਦੇਖੋ ਨਾ ਜੀ, ਗੱਡੀ ਤੇ ਕੋਈ ਨਹੀਂ, ਮੈਂ ਮੋਟਰਸਾਈਕਲ ਤੇ ਵੀ ਜਾਂਦਾ ਰਿਹਾ, ਉਹ ਨਹੀਂ ਤੁਸੀਂ ਦੱਸ ਰਹੇ ਗੱਲ। ਅੱਛਾ, ਮੋਟਰਸਾਈਕਲ ਜਾਂਦੇ ਸੀ ਮਾਸ਼ਾਅੱਲਾ। ਜੀ ਤੇ ਠੀਕ ਹੈ ਇਮਰਾਨ ਸਾਹਿਬ, ਫਿਰ ਮੇਰਾ ਖਿਆਲ ਚਾਚਾ ਜੀ ਇਹ ਚੌਧਰੀ ਸਾਹਿਬ ਇੱਕ ਆਖਰੀ ਸਵਾਲ ਤੁਹਾਡੇ ਨਾਲ ਕਿ ਦੱਸੋ ਕਿ ਤੁਸੀਂ ਅਗਰ ਰეკਮੈਂਡ ਕਰਨਾ ਹੋਏ ਕਿਸੇ ਨੂੰ ਜੀ ਫਲਾਣ ਸਾਡੀ ਘਰ ਬਣਾਓ, ਪਹਿਲੇ ਦੱਸੋ ਤੁਹਾਡਾ ਘਰ ਕਿੱਥੇ ਹੈ? ਮੇਰਾ ਤੇ ਇੱਕ ਛੋਟਾ ਜਿਹਾ ਘਰ ਹੈ ਜੀ ਇੱਥੇ DH 'ਚ 5 ਮਰਲੇ ਦਾ। ਦੇਖੋ ਚਾਚਾ ਜੀ ਤੁਸੀਂ ਆਪ ਸੇਫ ਸੁਸਾਇਟੀ ਲਿੱਤਾ ਹੈ, ਦੋ ਕਹਿੰਦੇ ਤੁਸੀਂ ਕਹਿੰਦੇ ਹੋ LD ਤੇ ਪ੍ਰੂਵ ਹੈਗੀ ਨਹੀਂ ਹੈਗੀ ਉਹ 'ਚ ਬਣਾ ਲਓ, ਉਹ ਕਹਿੰਦੇ ਤੁਸੀਂ ਨਾਲ ਬਣਾਉਂਦੇ ਹੋ। ਉਹ ਸੋਹਣਿਆ ਉਹ ਇਮਰਾਨ ਸਾਹਿਬ ਅੱਜ ਕੱਲ੍ਹ ਦੁਨੀਆ ਬੜੀ ਘਾਗ ਹੈ। ਅੱਛਾ, ਜਿੰਨੇ ਪੈਸਾ ਸਾਰੀ ਜ਼ਿੰਦਗੀ 'ਚ ਇੱਕ ਵਾਰੀ ਘਰ ਬਣਦਾ, ਠੀਕ ਹੈ ਨਾ, ਇੱਕ ਗਰੀਬ ਆਦਮੀ ਇੱਕ ਵਾਰੀ ਘਰ ਬਣਾਉਂਦਾ, ਵਿਚਾਰੇ ਕਈ ਉਹ ਵੀ ਨਹੀਂ ਬਣਾ ਸਕਦੇ, ਅਤੇ ਉਹ ਹਰ ਚੀਜ਼ ਨੂੰ ਅੱਛੇ ਤਰੀਕੇ ਨਾਲ ਦੇਖਭਾਲ ਕੇ ਕਰਦੇ ਨੇ। ਅਤੇ ਸੁਸਾਇਟੀਆਂ ਸਾਰੀਆਂ ਬਣੀਆਂ, ਉਹ ਇਨਸ਼ਾਅੱਲਾ ਜੋ ਕੁਝ ਦੱਸਦੇ ਨੇ ਉਹ ਹੁੰਦਾ, ਐਸੀ ਗੱਲ ਕੋਈ ਨਹੀਂ, ਥੋੜ੍ਹਾ ਲੇਟ ਦੇਰ ਸਵੇਰ ਹੋ ਜਾਂਦੀ ਹੈ। ਅੱਛਾ, ਅਤੇ ਜਿੱਥੇ ਦੇਖੋ ਇਹ ਤਾਂ ਜੇਬ ਦੀ ਗੱਲ ਹੈ ਨਾ, ਜਿਹਦੇ ਕੋਲ ਡਿਫੈਂਸ ਜਾਣ ਦੀ ਤਾਕਤ ਉੱਥੇ ਚੱਲ ਜਾਏ, ਜਿਹਦੇ ਕੋਲ ਕਿਤੇ ਹੋਰ ਮਤਲਬ ਛੋਟੀ ਸੁਸਾਇਟੀ ਜਾਣ ਦੀ ਤਾਕਤ, ਇੰਨੀਆਂ ਸੁਸਾਇਟੀਆਂ ਬਣ ਗਈਆਂ ਨੇ, ਇਨਸ਼ਾਅੱਲਾ ਹੁਣ ਲਿਵਿੰਗ ਅੱਛੀ ਹੋ ਗਈ ਹੈ। ਚੌਧਰੀ ਰਾਸ਼ਿਦ ਸਾਹਿਬ ਨੇ ਉਮੀਦ ਹੈ ਤੁਹਾਡੇ ਸਾਰੇ ਸਵਾਲ ਜਿਹੜੇ ਜ਼ਿਹਨ 'ਚ ਹੋਣਗੇ ਉਹਨਾਂ ਨੇ ਜਵਾਬ ਦਿੱਤੇ ਨੇ। ਤੁਹਾਡੇ ਜ਼ਿਹਨ 'ਚ ਕੁਛ ਸਵਾਲ ਹੋਏ ਪ੍ਰੋਪਰਟੀ ਡੀਲਰ ਤੋਂ ਰਿਲੇਟਡ, ਫਾਈਲ ਤੋਂ ਰਿਲੇਟਡ, ਪਲਾਟਾਂ ਤੋਂ ਰਿਲੇਟਡ, ਤੇ ਤੁਸੀਂ ਜ਼ਰੂਰ ਸਾਨੂੰ ਕਰਨਾ। ਚੌਧਰੀ ਸਾਹਿਬ ਦੁਬਾਰਾ ਫਿਰ ਬੁਲਾ ਲਾਂਗੇ ਇਹਨਾਂ ਨੂੰ। ਨਹੀਂ ਮੇਰਾ ਮੈਂ ਉਹ ਨੰਬਰ ਦੇ ਦਿਆਂਗੇ, ਮੇਰਾ ਕਾਰਡ ਸ਼ਾਰਟ ਦੇ ਦੇਣਾ, ਕਿ ਮਸਲਾ ਹੋਏ ਤੁਹਾਡੇ ਰੈਫਰੈਂਸ ਨਾਲ ਇਨਸ਼ਾਅੱਲਾ ਬਹੁਤ ਅੱਛਾ ਉਹਨਾਂ ਨੂੰ ਡੀਲ ਕਰਾਂਗੇ। ਫਾਈਲ ਤੇ ਇਹੋ ਜਿਹੀ ਉਹਨਾਂ ਨੂੰ ਦੇਵਾਂਗੇ ਕਿ ਉਹ ਵਾਸ਼ੋ ਕੰਮ ਹੀ ਅੱਛਾ ਹੋ ਜਾਏਗਾ। ਅੱਛਾ ਜੀ, ਆਪਣਾ ਬਹੁਤ ਖਿਆਲ ਰੱਖਣਾ। ਅੱਜ ਚਾਚਾ ਪ੍ਰਦੇਸ਼ੋ ਚੇन्नई। ਅੱਲਾ ਹਾਫਿਜ਼। ਅੱਲਾ ਹਾਫਿਜ਼ ਜੀ, ਬੜੀ ਮਿਹਰਬਾਨੀ।